स्क्रीन नजर आ रही बेटे? हाँ जी सर। यस सर। ठीक है बेटे। डॉट प्रोडक्ट ਦੇ ਵਿੱਚ ਜਿਹੜੀ ਮੈਂ ਤੁਹਾਨੂੰ ਕਿਹਾ ਸੀ ਇੰਪੋਰਟੈਂਟ ਪ੍ਰੋਪਰਟੀ ਕੀ ਸੀ, i into i is equal to j cap into j cap is equal to k cap into k cap is equal to 1। अब j cap ਕੀ k cap ਆਪਣੇ ਕੋਲ ਕੀ ਹੈ ਬੇਟੇ? ਇਹ ਯੂਨਿਟ, ਇਹ ਆਪਣੇ ਕੋਲ ਕੀ ਹੈ? ਯੂਨਿਟ यूनिट वेक्टर्स वेक्टर। की दसते ओनली डायरेक्शन, क्योंकि ਇਹਨਾਂ ਦਾ ਮੈਗਨੀਟਿਊਡ ਕਿੰਨਾ ਹੁੰਦਾ 1। ठीक है बेटे? यस सर। ठीक है। आई कैप ਆਪਾਂ Yes, यूज sir. करते हैं एक्स एक्सिस, जे कैप ਆਪਾਂ यूज करते हैं वाई वाई एक्सिस एक्सिस, वास्ते, के कैप किदे वास्ते यूज करते हैं? जेड एक्सिस वास्ते। जेड एक्सिस। ठीक है। आप याद रखनी है डॉट प्रोडक्ट ਦੇ ਵਿੱਚ ਫੈਕਟਰੀ ਜਿਹੜੀ ਆਪਣੇ ਵਾਸਤੇ ਇੰਪੋਰਟੈਂਟ ਹੈ ਉਹ ਆਪਣੇ ਕੋਲ ਹੈ ਵੀ ਜਿਹੜਾ a ਵੈਕਟਰ ਡਾਟ b ਵੈਕਟਰ ਹੈ ਉਹ ਆਪਣੇ ਡੈਫੀਨੇਸ਼ਨ ab cos ਥੀਟਾ ਇਹ 0 ਹੋਊਗਾ ਬੇਟੇ ਜਦੋਂ ਇਹਦੀ ਵੈਲਿਊ ਕਿੰਨੀ ਹੋ ਜੂਗੀ ਇੱਥੇ ਜਾ 0 cos 90 ਥੀਟਾ ਹੋ ਜਾਊ ਆਪਣੇ ਕੋਲੇ 90 ਡਿਗਰੀ। ਇਹ ਤੋਂ ਇੱਕੋ ਨਾ cos ਦੀਆਂ ਵੈਲਿਊ ਹੈ, cos 0 ਕਦੋਂ ਹੁੰਦਾ? ਕਿੰਨਾ ਹੋਵੇ 90 ਡਿਗਰੀ। cos 90 ਦੀ ਕਿੰਨੀ ਕੋਲ ਕੀ ਹੈ? ਪਰਪੈਂਡੀਕੂਲਰ ਟੂ ਈਚ ਅਦਰ। ਤੇ ਕੀ ਹੈ? ਪਰਪੈਂਡੀਕੂਲਰ। ਤਾਂ ਡਾਟ ਪ੍ਰੋਡਕਟ ਕਿੰਦੇ ਬਰਾਬਰ ਹੋਊਗਾ? 0 ਦੇ। ਹਾਂਜੀ ਬੇਟੇ? आवाज आ रही बेटे? हाँ जी सर। यस सर। आज का टॉपिक शुरू करते हैं क्रॉस प्रोडक्ट। इंपॉर्टेंट टॉपिक है डॉट प्रोडक्ट क्रॉस प्रोडक्ट बेटे दोवें इंपॉर्टेंट है। ओके सर। प्रोडक्ट दूसरा नाम की है अपने को वैक्टर प्रोडक्ट। ठीक है जी। डॉट प्रोडक्ट ਦੇ ਵਿੱਚ ਆਪਾਂ ਕੀਤਾ ਸੀ a ਵੈਕਟਰ ਡਾਟ b ਵੈਕਟਰ। ਹੁਣ ਅਸੀਂ ਲਿਖਾਂਗੇ a ਵੈਕਟਰ ਕ੍ਰਾਸ b ਵੈਕਟਰ। a ਵੈਕਟਰ ਕ੍ਰਾਸ बी वेक्टर। ठीक है जी। ਇਹ ਆਪਣੇ ਕੋਲ ਕਿੰਦੇ ਬਰਾਬਰ ਆਊਗਾ? ਇਹ ਆਊਗਾ a b sin थीटा ए बी sin थीटा की है बेटे? जिवें ਆਪਾਂ ਪਹਿਲਾਂ ਲਿਖਿਆ ਸੀ ਇਹ ਆਪਣੇ ਕੋਲ ਕੀ ਹੈ? ਪ੍ਰੋਡਕਟ ਆਫ ਮੈਗਨੀਟਿਊਡ ਆਫ both vectors and the between। क्लियर होया कि नहीं है बेटे? हो गया सर। साइन ऑफ द एंगल बिटवीन ਜਿਹੜਾ ਡਾਟ ਸੀ ਉਹਦੇ ਵਿੱਚ ਆਪਣੇ ਕੋਲ ਕੀ ਹੁੰਦਾ ਸੀ? a ਵੈਕਟਰ ਡਾਟ b ਵੈਕਟਰ ਕਿੰਦੇ ਬਰਾਬਰ ਹੁੰਦਾ ਸੀ? a cos θ। ए बी cos ਇਹ थीटा। ਸਕੁਅਰ ਪ੍ਰੋਡਕਟ ਸੀ, ਇਹਦੇ ਨਾਲ ਕੋਈ ਇੱਥੇ ਡਾਇਰੈਕਸ਼ਨ ਨਹੀਂ ਆਉਂਦੀ ਸੀ, ਬਟ ਇਹਦੇ ਧਿਆਨ ਰੱਖੋ a ਕ੍ਰਾਸ b ਇਹਦੇ ਵਿੱਚ ਆਪਣੇ ਕੋਲ ਕੀ a b sin θ ਨਾਲ ਕੈਪ ਦਾ ਮਤਲਬ ਕੀ ਯੂਨਿਟ ਵੈਕਟਰ, ਇਹਦੇ ਉੱਪਰ ਵੀ ਕੈਪ ਹੁੰਦਾ ਕੀ ਹੁੰਦਾ? ਯੂਨਿਟ ਵੈਕਟਰ। यूनिट वेक्टर डायरेक्शन, यूनिट वेक्टर अपने को की है डायरेक्शन दूर है कि नहीं है? हो गया सर। हो गया सर। है ना? यस सर। हाँ चीज का ध्यान रखना। पर a वेक्टर क्रॉस b वेक्टर ए बी sin थीटा इनटू n कैप की क्रॉस प्रोडक्ट। ठीक है जी। नॉर्मल ते परपेंडिकुलर, एक नॉर्मल एक परपेंडिकुलर, दोवां च फर्क पता है? नो। एक नॉर्मल ਹੁੰਦਾ ਤੇ ਬੇਟੇ ਕੱਲ ਕੀ ਹੁੰਦਾ? परपेंडिकुलर। परपेंडिकुलर ਯਾਦ ਰੱਖੋ ਪਹਿਲਾਂ ਵੀ ਤੁਹਾਨੂੰ ਦੱਸਿਆ ਜਦੋਂ ਵੀ ਅਸੀਂ ਕਹਾਂਗੇ ਨਾ ਨਾਰਮਲ ਦਾ ਇਹਦੇ ਉੱਪਰ ਕਿਸੇ ਪਲੇਨ ਦੇ ਉੱਪਰ ਕਿਸੇ ਸਰਫੇਸ ਦੇ ਉੱਪਰ। ਹਾਂਜੀ ਪਰ ਆਵਾਜ਼ ਕੱਟ ਰਹੀ ਹੈ ਵਿੱਚੋਂ। ਆਵਾਜ਼ ਕੱਟੀ ਜਾਂਦੀ ਹੈ।
यस सर ਨਹੀਂ ਆ ਰਹੀ ਬੇਟੇ ਹੁਣ? कटिंदी सर विच कट्टियां दी आवाज है। ਹੁਣ ਆਵਾਜ਼ ਆ ਰਹੀ ਕਿ ਨਹੀਂ ਬੇਟੇ? आ रही है सर। हाँ जी सर। ਕਲੀਅਰ ਹੈ ਬੇਟੇ ਹੁਣ? हाँ जी Yes, sir. सर। हाँ जी। ਮਤਲਬ ਬੇਟੇ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਵੀ ਨਾਰਮਲ ਤੇ ਪਰਪੈਂਡੀਕੂਲਰ ਦੇ ਵਿੱਚ ਕੀ ਫਰਕ ਹੁੰਦਾ ਹੈ। ਜਿਹੜਾ ਪਰਪੈਂਡੀਕੂਲਰ ਹੁੰਦਾ ਹੈ ਨਾ ਉਹ ਵਨ ਡਾਇਮੈਂਸ਼ਨਲ ਕਨਸੈਪਟ ਹੈ। ਉਹ ਕਿਸੇ ਜਿਵੇਂ ਮੰਨ ਲਓ ਬਲੈਕ ਲਾਈਨ ਨਜ਼ਰ ਆ ਰਹੀ ਹੈ, ਮੈਂ ਇਹਦੇ ਉੱਪਰ ਇੱਕ ਇਸ ਤਰ੍ਹਾਂ ਨਾਲ ਆ ਮੇਰੇ ਕੋਲ ਕੀ ਹੈ, ਇਹ ਮੇਰੇ ਕੋਲ ਪਰਪੈਂਡੀਕੂਲਰ ਕਲੀਅਰ ਹੋਇਆ ਕਿ ਨਹੀਂ ਹੈ। ਬਟ ਮੈਂ ਸਰਫੇਸ ਲੈ ਲਾਂ ਉੱਪਰ ਕੋਈ ਲਾਈਨ 90 ਡਿਗਰੀ ਦੇ ਉੱਪਰ ਤਾਂ ਇਹਨੂੰ ਆਪਾਂ ਪਰਪੈਂਡੀਕੂਲਰ ਨਹੀਂ ਕਹਾਂਗੇ, ਇਹਨੂੰ ਆਪਾਂ ਕੀ ਕਹਾਂਗੇ? ਨਾਰਮਲ। नॉर्मल ਕਲੀਅਰ ਹੋਇਆ ਕਿ हो गया सर। ਕੂਲਰ ਦਾ ਕਨਸੈਪਟ ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ? हो गया सर। ਹਾਂਜੀ ਆ ਰਹੀ ਹੈ ਆਵਾਜ਼? यस सर। यस सर। यस सर। ਬੇਟੇ ਇਹ ਆਪਣੇ ਕੋਲ ਕੋਈ ਸਰਫੇਸ ਹੈ, ਸਰਫੇਸ ਦੇ ਉੱਪਰ ਮੈਂ ਜੇਕਰ ਇਸ ਤਰ੍ਹਾਂ ਨਾਲ ਆ ਲਾਈਨ ਡਰਾ ਕਰਦਾ ਤਾਂ ਦੱਸੋ ਬੇਟੇ ਇਹ ਲਾਈਨ ਆਪਣੇ ਕੋਲ ਕੀ ਪਰਪੈਂਡੀਕੂਲਰ ਹੈ? नॉर्मल सर नॉर्मल। नॉर्मल है। ਨਾਰਮਲ। नॉर्मल ਬੇਟੇ ਦੇਖੋ ਜਿੱਥੇ ਵੀ ਆਪਾਂ ਵਰਡ ਹੁਣ ਨਾਰਮਲ ਯੂਜ਼ ਕਰਦੇ ਨਾ ਤਾਂ ਇਹ ਬ੍ਰੇਨ ਦੇ ਵਿੱਚ ਇਮੇਜ ਬਣਨੀ ਚਾਹੀਦੀ ਹੈ ਵੀ ਇਹ ਕਿਸੇ ਸਰਫ ਠੀਕ ਹੈ। ਉਹ ਆਪਾਂ ਗੱਲ ਕਰ ਰਹੇ ਹਾਂ ਕ੍ਰਾਸ ਪ੍ਰੋਡਕਟ ਦੇ ਵਿੱਚ ਆਪਾਂ a ਵੈਕਟਰ ਕ੍ਰਾਸ b ਵੈਕਟਰ ਕਿੰਦੇ ਬਰਾਬਰ ਹੈ? a b sin ਥੀਟਾ साइन थीटा एन एन का ਜਿਹੜਾ a b sin ਥੀਟਾ ਹੈ ਬੇਟੇ ਇਹ ਤਾਂ ਹੈਗਾ ਮੈਗਨੀਟਿਊਡ। ਜਿਹੜਾ n ਕੈਪ ਹੈ ਇਹ ਸਾਡੇ ਕੋਲ ਦੱਸਦਾ ਡਾਇਰੈਕਸ਼ਨ। डायरेक्शन ਹੁਣ ਡਾਇਰੈਕਸ਼ਨ ਕੀ ਹੋਊਗੀ? ਤਾਂ ਡਾਇਰੈਕਸ਼ਨ ਕੀ ਹੈ? ਜਿਹੜਾ ਇਹ n ਕੈਪ ਹੈ ਨਾ ਇਹ ਕੀ ਹੋ ਸਕਦਾ? ਨਾਰਮਲ ਟੂ ਦੀ ਪਲੇਨ। ਯਾਦ ਰੱਖਣਾ ਹੈ ਨਾਰਮਲ ਟੂ ਪਲੇਨ ਬੋਥ ਵੈਕਟਰਸ। ਬੋਥ ਵੈਕਟਰਸ ਕਿਹੜੇ ਹੈ? ਇੱਥੇ ਆਪਾਂ a ਤੇ b ਵੈਕਟਰ ਇਹਦਾ ਮਤਲਬ a ਤੇ b ਤੇ b ਵੈਕਟਰ ਜਿਹੜੇ ਪਲੇਨ ਦੇ ਵਿੱਚ ਹੋਣਗੇ ਤਾਂ ਕ੍ਰਾਸ ਪ੍ਰੋਡਕਟ ਇਹ ਪਲੈਕਸ਼ਨ ਦੇਊਗੀ ਪਰਪੈਂਡੀਕੂਲਰ ਹੋਊਗੀ, ਜਿਹਨੂੰ ਅਸੀਂ ਵਰਡ ਕੀ ਯੂਜ਼ ਕਰਾਂਗੇ? ਨਾਰਮਲ। ਤਾਂ ਨਾਰਮਲ ਕੀ ਹੋ ਸਕਦਾ? ਦੋ ਤਰੀਕੇ ਨਾਲ ਨਾਰਮਲ ਹੋ ਸਕਦਾ, ਅਪ ਦੀ ਪਲੇਨ ਵੀ ਹੋ ਸਕਦਾ ਤੇ ਡਾਊਨ ਦੀ। ਇਹ ਵੀ ਆਪਣੇ ਕੋਲ ਕੀ ਹੈ? ਨਾਰਮਲ। ਕੋਈ ਉਸ ਟੇਬਲ ਦੇ ਉੱਪਰ ਨੂੰ ਸਰਫੇਸ ਦੇ ਉੱਪਰ ਪਰਪੈਂਡੀਕੂਲਰ ਡਰਾ ਕਰ ਲਈਏ ਤਾਂ ਉਹਨੂੰ ਕਹਿੰਦੇ ਤੇ ਉਸੇ ਟੇਬਲ ਦੇ ਟੌਪ ਨੂੰ ਅਸੀਂ ਡਰਾ ਕਰ ਦਈਏ ਪਰਪੈਂਡੀਕੂਲਰ ਤਾਂ ਉਹਨੂੰ ਅਸੀਂ ਕੀ ਕਹਾਂ? ਨਾਰਮਲ ਆਪਣੇ ਕੋਲ ਕੀ ਹੋ ਸਕਦਾ? ਆਪਾਂ ਕੀ ਕਹਾਂਗੇ? ਨਾਰਮਲ ਇਨ ਅਪਵਰਡ ਡਾਇਰੈਕਸ਼ਨ। ਇੱਕ ਨਾਰਮਲ ਆਪਣੇ ਕੋਲ ਕੀ ਹੋ ਸਕਦਾ? ਡਾਊਨਵਰਡ ਡਾਇਰੈਕਸ਼ਨ। ਕਲੀਅਰ ਹੋਇਆ ਕਿ ਨਹੀਂ ਹੈ ਬੇਟੇ? हो गया सर। यस सर। यस सर। ਜਿਹੜਾ ਕ੍ਰਾਸ ਪ੍ਰੋਡਕਟ ਹੈ ਨਾ ਹੋਊਗੀ ਵੀ ਜਿਹੜੇ ਵੀ ਪਲੇਨ ਦੇ ਵਿੱਚ ਇਹ ਦੋਵੇਂ ਵੈਕਟਰ ਲਾਈ ਕਰ ਰਹੇ ਆ। ਮੰਨ ਲਓ ਜਿਵੇਂ ਆ ਹੈ ਕੋਈ ਪਲੇਨ ਬਣਾ ਲਿਆ ਆਪਾਂ 2 ਡਾਇਮੈਂਸ਼ਨ ਵਿੱਚ ਦੋ ਵੈਕਟਰ ਆਪਣੇ ਕੋਲ ਹੈਗੇ ਆ। ਮੰਨ ਲਓ ਇੱਕ ਆਪਣੇ ਕੋਲ b ਵੈਕਟਰ ਟੇਲ ਟੂ ਉਹਨਾਂ ਦੇ ਵਿਚਕਾਰ ਐਂਗਲ ਬਣਾਇਆ ਥੀਟਾ। ਤਾਂ ਮੈਗਨੀਟਿਊਡ ਦਾ ਪਤਾ ਲੱਗ ਗਿਆ ਵੀ ਕੀ ਹੋਊਗਾ? ab sin ਥੀਟਾ। ਹੋਊਗੀ ਤਾਂ ਡਾਇਰੈਕਟ ਜਾਂ ਨਾਰਮਲ ਕੀ ਹੋਊਗੀ? ਡਾਊਨਵਰਡ। ਵੀ ਨਾਰਮਲ ਅਪਵਰਡ ਹੈ ਪਤਾ ਲੱਗੂ ਡਾਊਨਵਰਡ ਹੈ। ਤਾਂ ਇਹ ਦੱਸਾਂਗੇ ਅਸੀਂ a ਕ੍ਰਾਸ b ਦਾ ਮਤਲਬ ਸਮਝ ਲਓ ਬੇਟੇ, ਕਿਤਾਬਾਂ ਕਤੂਬਾਂ 'ਚ ਨਹੀਂ ਲੱਭਣਾ ਤੁਹਾਨੂੰ। ਇਸੇ ਦੇ ਵਿੱਚ ਸਭ ਤੋਂ ਜ਼ਿਆਦਾ ਪ੍ਰੋਬਲਮ ਆਉਂਦੀ ਹੈ। a ਕ੍ਰਾਸ b ਦਾ ਮਤਲਬ ਕੀ ਹੈ? ਵੀ
ਐਂਗਲ ਕਿੰਦੇ ਤੋਂ ਲੈ ਕੇ ਰੋਟੇਸ਼ਨ ਕਿੰਦੇ ਤੋਂ ਸ਼ੁਰੂ ਕਰਨੀ ਹੈ ਬੀ। ਕਲੀਅਰ ਹੋਇਆ ਕਿ ਨਹੀਂ ਹੋਇਆ? ਹੁਣ ਆਹ ਰੋਟੇਸ਼ਨ ਹੈ ਜਿਹੜੀ ਇਹ ਕਿਹੜੀ ਹੈ, ਕਲੌਕਵਾਈਜ਼ ਹੈ ਕਿ ਐਂਟੀ ਕਲੌਕਵਾਈਜ਼ ਹੈ? ਇਹ ਐਂਟੀ ਕਲੌਕਵਾਈਜ਼ ਸਰ। ਐਂਟੀ ਸਰ ਐਂਟੀ ਕਲੌਕਵਾਈਜ਼। ਕਲੌਕਵਾਈਜ਼। ਕਿਹੜੀ ਹੈ ਇਹ? ਕਲੌਕਵਾਈਜ਼। ਐਂਟੀ ਕਲੌਕਵਾਈਜ਼। ਹੁਣ ਜਦੋਂ ਰੋਟੇਸ਼ਨ ਐਂਟੀ ਕਲੌਕਵਾਈਜ਼ ਹੋਊਗੀ, ਜੇਕਰ ਮੈਂ ਇੱਥੇ ਇੱਕ ਸਕਰੂ ਕਲੌਕਵਾਈਜ਼ ਡਾਇਰੈਕਸ਼ਨ ਦੇ ਵਿੱਚ ਕੀ ਕਰਾਂ? ਰੋਟੇਟ ਕਰਾਂ ਐਂਟੀ ਡਾਇਰੈਕਸ਼ਨ। ਤਾਂ ਸਕਰੂ ਇਨਵਰਡ ਜਾਏਗਾ ਕਿ ਆਊਟਵਰਡ ਆਏਗਾ? ਇਸ ਪੁਆਇੰਟ ਤੇ ਰੱਖ ਕੇ ਰੋਟੇਟ ਕਰੋ ਇਨ ਦੀ ਡਾਇਰੈਕਸ਼ਨ। ਆਊਟਵਰਡ। ਤੇ ਰੱਖ ਕੇ ਉਹਨੂੰ ਮੈਂ ਵੀ ਨਟ ਮੈਂ ਨਟ ਕੀ ਹੋਊਗਾ ਮੇਰੇ ਕੋਲ ਘਮਾਉ ਨਾ, ਆਊਟਵਰਡ ਜਾਵੇਗਾ ਨਟ। ਹਾਂ, ਨਟ ਖੁੱਲੇਗਾ ਤਾਂ ਇਹਦਾ ਮਤਲਬ ਬਾਹਰ ਹੀ ਆਊਗਾ। ਯੈਸ ਸਰ। ਇਹਦਾ ਮਤਲਬ ਐਂਟੀ ਕਲੌਕਵਾਈਜ਼ ਡਾਇਰੈਕਸ਼ਨ ਦੇ ਵਿੱਚ ਰੋਟੇਟ ਕਰ ਰਹੇ ਹੁੰਦੇ ਆ। ਕੌਣ ਰੋਟੇਟ ਕਰ ਰਿਹਾ ਹੁੰਦਾ? ਏ ਵੈਕਟਰ ਕ੍ਰਾਸ ਵੈਕਟਰ। ਏ ਟੂ ਬੀ ਦੀ ਜਿਹੜੀ ਪੋਜੀਸ਼ਨ ਰੋਟੇਸ਼ਨ ਦੀ ਹੈ ਕਲੌਕਵਾਈਜ਼ ਹੈ, ਤਾਂ ਨਾਰਮਲ ਕਿਸ ਤਰ੍ਹਾਂ ਦਾ ਹੁੰਦਾ? ਨਾਰਮਲ ਟੂ ਦੀ ਪਲੇਨ ਇਨ ਅਪਵਰਡ ਡਾਇਰੈਕਸ਼ਨ। ਨਾਰਮਲ ਟੂ ਦੀ ਪਲੇਨ ਇਨ ਦੀ ਅਪਵਰਡ ਡਾਇਰੈਕਸ਼ਨ। ਦੱਸੋ ਬੇਟੇ ਇਹ ਪੁਆਇੰਟ ਕਲੀਅਰ ਹੋਇਆ ਕਿ ਨਹੀਂ ਹੋਇਆ? ਪਤਾ ਲੱਗੇਗਾ ਨਹੀਂ ਲੱਗਿਆ ਬੇਟੇ? ਲੱਗ ਗਿਆ ਸਰ। ਇਹਨੂੰ ਇੰਨਾ ਲਿਖਣ ਨਾਲੋਂ ਨਾਰਮਲ ਟੂ ਦੀ ਪਲੇਨ ਇਨ ਦੀ ਅਪਵਰਡ ਡਾਇਰੈਕਸ਼ਨ ਤਾਂ ਆਪਾਂ ਇੱਕ ਵਰਡ ਯੂਜ਼ ਕਰਦੇ ਹਾਂ, ਆਪਾਂ ਕੀ ਕਹਿੰਦੇ? ਅਪਵਰਡ ਨਾਰਮਲ। ਜਾਂ ਇਹਨੂੰ ਕਹਿ ਦਿੰਦੇ ਆ ਅਪਵਰਡ ਦੀ ਥਾਂ ਤੇ ਵੀ ਕੀ ਕਹਿ ਦਿੰਦੇ? ਆਊਟ। ਜ਼ਿਆਦਾ ਵਰਡ ਅਸੀਂ ਆ ਯੂਜ਼ ਕਰਦੇ ਆਊਟਵਰਡ ਨਾਰਮਲ ਟੂ ਦੀ ਪਲੇਨ। ਹੁਣ ਜਿਵੇਂ ਆਪਾਂ ਇਹ ਕਹੀਏ ਵੀ ਜਿਵੇਂ ਆਪਾਂ ਨੂੰ ਵਾਈਵਾ ਦੇ ਵਿੱਚ ਕੁਐਸਚਨ ਪੁੱਟ ਕੇ ਕੋਲੇ ਐਕਸ ਐਕਸਿਸ ਹੈ, ਵਾਈ ਐਕਸ ਵਾਈ ਐਕਸਿਸ ਇੱਕ ਪਲੇਨ ਬਣ ਗਿਆ ਨਾ, ਇਹਦੇ ਵਿੱਚ ਆਪਣੇ ਇਹ ਦੋ ਵੈਕਟਰ, ਇੱਕ ਏ ਵੈਕਟਰ ਹੈ ਇੱਕ ਬੀ ਵੈਕਟਰ। ਐਂਗਲ ਆਪਣੇ ਕੋਲ ਬੀ ਵੈਕਟਰ। ਏ ਵੈਕਟਰੇਸ਼ਨ ਹੈਗੀ, ਅਸੀਂ ਕੈਲਕੂਲੇਟ ਕਰਨਾ ਏ ਕ੍ਰਾਸ ਬੀ ਦੀ ਕ੍ਰਾਸ ਪ੍ਰੋਡਕਟ। ਏ ਕ੍ਰਾਸ ਬੀ ਦੇ ਕ੍ਰਾਸ ਪ੍ਰੋਡਕਟ ਦੀ ਡਾਇਰੈਕਸ਼ਨ। ਆਪਾਂ ਨੂੰ ਇਹ ਤਾਂ ਪਤਾ ਹੈ ਨਾਰਮਲ ਪਲੇਨ ਹੋਊਗਾ ਕਿਹੜੇ ਪਲੇਨ ਦੇ ਵਿੱਚ, ਜਿੰਦੇ ਵਿੱਚ ਆਪਣੇ ਕੋਲ ਕੀ ਪਰ ਦੋਵੇਂ ਵੈਕਟਰ ਕਿਹੜੇ ਪਲੇਨ ਚ ਲਾਈ ਕਰ ਰਹੇ? ਐਕਸ ਵਾਈ ਪਲੇਨ ਚ। ਧਿਆਨ ਨਾਲ ਗੱਲ ਸਮਝੋ ਬੇਟੇ। ਕਿਹੜੇ ਪਲੇਨ ਦੇ ਵਿੱਚ ਲਾਈ ਕਰ ਰਹੇ ਆ? ਐਕਸ ਵਾਈ ਪਲੇਨ ਦੇ ਵਿੱਚ। ਇਹਦਾ ਮਤਲਬ ਵਾਈ ਪਲੇਨ ਦੇ ਨਾਰਮਲ ਹੋਊਗਾ। ਐਕਸ ਵਾਈ ਪਲੇਨ ਦੇ ਨਾਰਮਲ, ਦੁਬਾਰਾ ਸਮਝੋ, ਐਕਸ ਵਾਈ ਪਲੇਨ ਦੇ ਨਾਰਮਲ ਹੈ ਜਿਹੜੀ ਉਹ ਸਾਡੇ ਕੋਲ ਕਿਹੜੀ ਸਿਚੁਏਸ਼ਨ? ਤਿੰਨਾਂ ਨੂੰ ਬਣਾਵਾਂ ਇਸ ਤਰ੍ਹਾਂ ਨਾਲ। ਆਪਾਂ ਇਹਨੂੰ ਬਣਾਇਆ, ਮੰਨ ਲਓ ਆ ਆਪਣੇ ਕੋਲ ਕੀ ਹੈ? ਵਾਈ ਹੈ। ਇਹਦੇ ਵਿੱਚ ਆਪਣੇ ਕੋਲ ਕੀ ਹੈ? ਦੋ ਵੈਕਟਰ ਲਾਈ ਕਰ ਰਹੇ ਆ, ਠੀਕ ਹੈ। ਦੋ ਵੈਕਟਰ ਆਪਣੇ ਕੋਲ ਕੀ ਕਰ ਰਹੇ? ਇਹਦੇ ਵਿੱਚ ਲਾਈ ਕਰ ਰਹੇ। ਇੱਕ ਵੈਕਟਰ ਡਾਇਰੈਕਸ਼ਨ ਆ, ਇੱਕ ਵੈਕਟਰ ਦੀ ਡਾਇਰੈਕਸ਼ਨ ਆ। ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ? ਆਪਾਂ ਇੱਕ ਸਿਚੁਏਸ਼ਨ ਰਿਪਰੈਜ਼ੈਂਟ ਕੀਤੀ ਹੈ। ਆ ਏ ਵੈਕਟਰ, ਆ ਤੁਹਾਡੇ ਕੋਲ ਕੀ ਹੈ? ਬੀ ਵੈਕਟਰ ਹੈ। ਕੀ ਕੈਲਕੂਲੇਟ ਕਰਨਾ? ਏ ਕ੍ਰਾਸ ਬੀ। ਕੀ ਕੈਲਕੂਲੇਟ ਕਰਨਾ? ਏ ਕ੍ਰਾਸ ਬੀ। ਆ ਜ਼ੈਡ ਐਕਸਿਸ ਹੈ। ਦੱਸੋ ਬੇਟੇ ਡਾਇਰੈਕਸ਼ਨ ਕੀ ਹੋਊਗੀ ਏ ਕ੍ਰਾਸ ਬੀ ਦੀ? ਕਿਵੇਂ ਸਰ? ਰੋਟੇਸ਼ਨ ਕਿਹੜੀ? ਐਂਟੀ ਕਲੌਕਵਾਈਜ਼ ਦੀ ਸਰ ਐਂਟੀ ਕਲੌਕਵਾਈਜ਼। ਐਂਟੀ ਕਲੌਕਵਾਈਜ਼। ਡਾਇਰੈਕਸ਼ਨ ਦਾ ਇਸ ਪੁਆਇੰਟ ਪਰ ਜਿੱਥੇ ਰੋਟੇਸ਼ਨ ਚੈੱਕ ਕਰਨੀ ਹੈ ਇੱਥੇ ਰੱਖ ਕੇ ਰਾਈਟ ਹੈਂਡ ਸਕਰੂ ਰੂਲ, ਇਹਨੂੰ ਕੀ ਕਹਿੰਦੇ? ਰਾਈਟ ਹੈਂਡ ਸਕਰੂ ਰੂਲ। ਵਾਸਤੇ ਉਲਟ ਹੋ ਜਾਊਗਾ ਸੱਜੇ ਹੱਥ ਤੇ ਉਸ ਸਕਰੂ ਨੂੰ ਅਸੀਂ ਕੀ ਕਰਾਂਗੇ ਬੇਟੇ? ਰੋਟੇਟ। ਸਕਰੂ ਨੂੰ ਕੀ ਕਰਾਂਗੇ? ਰੋਟੇਟ। ਜਦੋਂ ਕਲੌਕਵਾਈਜ਼ ਰੋਟੇਟ ਕਰਾਂਗੇ ਤਾਂ ਕੀ ਹੋਊਗਾ? ਲੂਜ਼ ਹੋਊਗਾ। ਯੈਸ ਸਰ, ਬਾਹਰ ਆਊਗਾ। ਖੁੱਲੂਗਾ, ਜਿਵੇਂ ਆਪਾਂ ਪੰਜਾਬੀ ਚ ਕਹਿੰਦੇ ਨਟ ਨੂੰ ਇਸ ਤਰ੍ਹਾਂ ਨਾਲ ਰੋਟੇਟ ਕਰ ਕੀ ਹੋਊਗਾ? ਯੈਸ ਸਰ। ਨਟ ਖੁੱਲੂਗਾ। ਨਟ ਖੁੱਲੂਗਾ ਤਾਂ ਯੈਸ ਸਰ। ਬਾਹਰ ਅੰਦਰ ਜਾਊਗਾ।
ਬਾਹਰ ਆਊਗਾ ਸਰ ਹਾਂਜੀ, ਇਹਦਾ ਮਤਲਬ ਡਾਇਰੈਕਸ਼ਨ ਕੀ ਹੋਗੀ ਫਿਰ? ਅਪਵਰਡ XY ਨਾਰਮਲ। ਪਲੇਨ ਦੇ ਪਰਪੈਂਡੀਕੂਲਰ ਪਲੇਨ ਕਿਹੜਾ Z ਹੈ ਨਾ, ਯੈਸ ਤਾਂ ਸਰ। Z ਦੇ ਕੀ ਹੋਗੀ? ਆਊਟਵਰਡ, ਅਲੋਂਗ ਪੋਜ਼ਿਟਿਵ, ਅਲੋਂਗ ਪੋਜ਼ਿਟਿਵ ਪੋਜ਼ਿਟਿਵ। ZX। ਇਹ ਪੁਆਇੰਟ ਕਲੀਅਰ ਹੈ ਨਾ? ਅਪਵਰਡ ਡਾਇਰੈਕਸ਼ਨ ਨੂੰ ਆਪਾਂ ਪੋਜ਼ਿਟਿਵ ਕਹਿੰਦੇ ਆ ਤੇ ਡਾਊਨਵਰਡ ਨੂੰ ਆਪਾਂ ਕੀ ਕਹਿੰਦੇ ਆ? ਨੈਗੇਟਿਵ। नेगेटिव ਦੱਸੋ ਬੇਟੇ, ਪੁਆਇੰਟ ਕਲੀਅਰ ਹੋਇਆ ਕਿ ਨਹੀਂ ਹੋਇਆ? यस सर। ਠੀਕ ਹੈ। ਸਿਮਿਲ ਕਰੋ, ਮੈਂ ਰੋਟੇਸ਼ਨ ਕਰਦੇ ਆ, ਉਲਟਾ ਦੇ ਆ ਰੋਟੇਸ਼ਨ ਨੂੰ। ਕਹਿੰਦਾ ਮਤਲਬ ਪਹਿਲਾਂ ਵੈਲਿਊ ਲਈ ਹੈ, ਹਾਂ ਹੁਣ ਕਲੌਕਵਾਈਜ਼ ਕਰਦੀ ਆ ਆਪਾਂ ਰੋਟੇਸ਼ਨ ਨੂੰ। ਕੀ ਕਰਦੀ ਹੈ? ਕਲੌਕਵਾਈਜ਼ ਕਰਦੀ ਹੈ। ਆਪਾਂ ਕਹਿ ਦਈਏ x ਐਕਸਿਸ ਹੈ, ਇਹ ਆਪਣੇ ਕੋਲ ਕੀ ਹੈ? y ਐਕਸਿਸ ਐਂਡ ਦਿਸ ਇਜ਼ z ਐਕਸਿਸ। ਇਹਦੇ ਵਿੱਚ ਦੋ ਵੈਕਟਰ ਹੈ, ਇੱਕ a ਵੈਕਟਰ ਹੈ, ਇੱਕ b ਵੈਕਟਰ। ਸਾਡੇ ਕੋਲ b ਵੈਕਟਰ ਕੀ ਹੈ? a ਕ੍ਰਾਸ b, a to b। ਹੁਣ ਦੇਖੋ ਕਿਹੜੀ ਹੈ ਬੇਟੇ? ਕਲੌਕਵਾਈਜ਼। सर क्लॉकवाइज। What will be the direction of the cross product? ਡਾਊਨਵਰਡ Downward. ਕੱਲਾ ਡਾਊਨਵਰਡ ਨਹੀਂ ਕਰਨਾ, ਨਾਰਮਲ ਟੂ ਦੀ ਪਲੇਨ ਇਨ ਦੀ ਡਾਊਨਵਰਡ ਡਾਇਰੈਕਸ਼ਨ। ਕਿਉਂਕਿ ਇੱਥੇ ਰੱਖ ਕੇ ਜਦੋਂ ਅਸੀਂ ਸਕਰੂ ਨੂੰ ਰੋਟੇਟ ਕਰਾਂਗੇ, ਸਕਰੂ ਨੂੰ ਕੀ ਕਰਾਂਗੇ? ਰੋਟੇਟ ਕਰਾਂਗੇ ਇਸ ਤਰ੍ਹਾਂ ਨਾਲ, ਟਾਈਟ ਹੋਏਗਾ। ਇਸ ਤਰ੍ਹਾਂ ਨਾਲ ਮੂਵ ਕਰੇਗਾ ਤਾਂ ਕਿਵੇਂ ਮੂਵ ਕਰੇਗਾ? ਟਾਈਟ ਹੋਏਗਾ ਨਾ, ਤਾਂ ਡਾਇਰੈਕਸ਼ਨ ਹੋਊਗੀ ਆਫ ਡਾਇਰੈਕਸ਼ਨ ਚ ਹੋਊਗੀ। Z ਸ਼ੋ ਕਰਾਂਗੇ, ਇਹ ਹੋਊਗੀ ਨਾਰਮਲ ਟੂ ਦੀ ਪਲੇਨ। ਕਿਹੜਾ ਪਲੇਨ? XY ਡਾਊਨ ਡਾਇਰੈਕਸ਼ਨ, ਡਾਊਨਵਰਡ ਡਾਇਰੈਕਸ਼ਨ। ਅਪਵਰਡ ਟੈਕਨੀਕਲੀ ਰਿਪਰੈਜ਼ੈਂਟ ਕਰੀਏ ਤਾਂ ਆਪਾਂ ਕਹਾਂਗੇ ਅਲੋਂਗ ਨੈਗੇਟਿਵ Z ਐਕਸਿਸ, ਅਲੋਂਗ ਨੈਗੇਟਿਵ Z ਐਕਸਿਸ। ਕਲੀਅਰ ਹੈ ਸਰ। ਫਿਰ ਹੋਇਆ ਕਿ ਨਹੀਂ ਬੇਟੇ? ਹੋ ਗਿਆ ਸਰ। ਪਤਾ ਲੱਗ ਗਿਆ ਕਿ ਨਹੀਂ ਲੱਗ ਗਿਆ? ਲੱਗ ਗਿਆ ਪਤਾ। यस सर। आवाज आ रही है ना बेटे? ਆ ਰਹੀ ਹੈ ਸਰ। ਇਹ ਜਿਹੜਾ ਮੈਂ ਤੁਹਾਨੂੰ ਕਨਸੈਪਟ ਸਮਝਾ ਰਿਹਾ ਇਹ ਈਵਨ +2 ਤੱਕ ਦੇ ਬੱਚਿਆਂ ਨੂੰ ਨਹੀਂ ਪਤਾ ਲੱਗਦੀਆਂ ਡਾਇਰੈਕਸ਼ਨ, ਇਸ ਕਰਕੇ ਥੋੜਾ ਜਿਹਾ ਇਹਨੂੰ ਧਿਆਨ ਨਾਲ ਸਮਝਣ ਦੀ ਕੋਸ਼ਿਸ਼ ਕਰੋ। ਠੀਕ ਹੈ, ਆਹ ਚੀਜ਼ ਕੀਤੀ ਹੈ ਰਾਈਟ ਹੈਂਡ ਸਕਰੂ ਰੂਲ। ਰਾਈਟ ਹੈਂਡ ਸਕਰੂ ਰੂਲ ਇਸ ਤਰ੍ਹਾਂ ਨਾਲ ਉਹਨੇ ਦੱਸਿਆ ਵੀ ਇਸ ਉੱਪਰ ਅਸੀਂ ਡਾਇਰੈਕਸ਼ਨ ਕੈਲਕੂਲੇਟ ਕਰਨੀ, ਉੱਤੇ ਸਕਰੂ ਰੱਖੋ ਤੇ ਆਪਦੇ ਸੱਜੇ ਹੱਥ ਦੇ ਵਿੱਚ ਪਕੜ ਕੇ ਉਹਨੂੰ ਰੋਟੇਸ਼ਨ ਦੇ ਵਿੱਚ ਕੀ ਕਰੋ? ਰੋਟੇਟ ਕਰੋ। ਇਹਦਾ ਮਤਲਬ ਜੇ ਮੈਂ ਕਲੌਕਵਾਈਜ਼ ਕਰਦਾ ਤਾਂ ਡਾਇਰੈਕਸ਼ਨ ਹੋਰ ਆਉਂਦੀ, ਜੇ ਐਂਟੀ ਕਲੌਕਵਾਈਜ਼ ਇਸ ਤਰ੍ਹਾਂ ਨਾਲ ਬਣਾਏ। ਆਵਾਜ਼ ਨਹੀਂ ਆ ਰਹੀ? ਆ ਰਹੀ है सर। ਕਰ ਲੈਨੇ ਆ ਅਸੀਂ A ਕ੍ਰਾਸ B ਤਾਂ ਹੋਏਗੀ, ਜੇ B ਕ੍ਰਾਸ A ਨਾ ਹੋਏਗੀ। ਇਹਦਾ ਮਤਲਬ A ਕ੍ਰਾਸ B ਦੀ ਰੋਟੇਸ਼ਨ ਕਲੌਕਵਾਈਜ਼ ਦੋਵੇਂ ਇੱਕ ਦੂਸਰੇ ਦੇ ਕੀ ਹੈ? ਐਂਟੀ ਕਲੌਕਵਾਈਜ਼ ਕੀ ਹੈ? ਪਰਪੈਂਡੀਕੂਲਰ ਪਲੇਨ ਇਨ ਦੀ ਅਪਰ ਡਾਇਰੈਕਸ਼ਨ ਹੈ, ਤੇ ਕਲੌਕਵਾਈਜ਼ ਕੀ ਦੀ ਪਲੇਨ ਇਨ ਦੀ ਡਾਊਨਵਰਡ ਡਾਇਰੈਕਸ਼ਨ। ਇਹਨਾਂ ਦੋ ਜਿਹੜੇ ਉਹ ਸੇਮ ਨਹੀਂ ਹੈਗੇ ਦੋਵੇਂ ਵੈਕਟਰ ਪ੍ਰੋਡਕਟ ਤੋਂ ਬਾਅਦ, ਕਿਉਂਕਿ ਕ੍ਰਾਸ ਪ੍ਰੋਡਕਟ ਦਾ ਜਿਹੜਾ ਰਿਜ਼ਲਟ ਆਉਂਦਾ ਉਹ ਇੱਕ ਆਉਂਦਾ। ਇੱਕ ਵੈਕਟਰ ਕੋਲੇ ਕੀ ਹੁੰਦਾ? ਮੈਗਨੀਟਿਊਡ। ਮੈਗਨੀਟਿਊਡ ਤਾਂ ਦੋਵਾਂ ਦਾ ਬਰਾਬਰ ਹੋਊਗਾ AB sin θ, ਪਰ ਕੀ ਹੈ? ਇੱਕ ਦੀ ਪਰਪੈਂਡੀਕੂਲਰ ਟੂ ਦੀ ਪਲੇਨ ਇਨ ਦੀ ਅਪਰ ਡਾਇਰੈਕਸ਼ਨ ਹੈ ਤੇ ਇੱਕ ਦੀ ਨਾਰਮਲ ਟੂ। ਇਹਦਾ ਮਤਲਬ ਸਾਨੂੰ ਇਹ ਗੱਲ ਕਲੀਅਰ ਹੋਈ ਵੀ A ਕ੍ਰਾਸ B ਹੈ ਨਾ ਜਿਹੜਾ, ਉਹ B ਕ੍ਰਾਸ A ਦੇ ਬਰਾਬਰ ਨਹੀਂ ਹੈਗਾ। ਪੁਆਇੰਟ ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ? ਹੋ ਇਹ ਗਿਆ। ਕੱਲ ਕੀਤਾ ਸੀ ਕਮਿਊਟੇਟਿਵ, ਕੀਤਾ ਸੀ ਨਾ ਕਮਿਊਟੇਟਿਵ ਪ੍ਰੋਪਰਟੀ, ਯਾਦ ਹੈ ਕਿ ਨਹੀਂ? ਯੈਸ ਸਰ, ਯਾਦ ਹੈ ਸਰ। ਇਹਦਾ ਮਤਲਬ ਕ੍ਰਾਸ ਪ੍ਰੋਡਕਟ ਕੀ ਹੈ ਬੇਟੇ ਫਿਰ? ਕਮਿਊਟੇਟਿਵ ਹੈਗੀ ਹੈ ਕਿ ਨਹੀਂ? ਨਹੀਂ ਸਰ, ਨਹੀਂ ਹੈਗੀ, ਨਾਟ ਕਮਿਊਟੇਟਿਵ। ਪ੍ਰੋਡਕਟ ਕੀ ਸੀ? ਉਹ ਕਮਿਊਟੇਟਿਵ ਸੀ। ਕਮਿਊਟੇਟਿਵ ਹੈਗੀ ਸੀ।
ਹਾਂ ਉੱਥੇ ਕੀਤਾ ਸੀ a b ਡਾਟ b ਵੈਕਟਰ ਡਾਟ a ਵੈਕਟਰ। ਕਹਿਣ ਦਾ ਮਤਲਬ Yes, ਜੇ sir. ਆਪਾਂ ਸਮਝੀਏ ਵੀ ਜੇਕਰ ਇਹਨਾਂ ਦੀ ਪੋਜੀਸ਼ਨ ਚੇਂਜ ਕਰ ਡਾਟ ਪ੍ਰੋਡਕਟ 'ਚ ਤਾਂ ਕੋਈ ਫਰਕ ਨਹੀਂ ਪੈਂਦਾ, ਬਟ ਕ੍ਰਾਸ Yes, sir. ਦੇ ਵਿੱਚ position ਨਹੀਂ ਚੇਂਜ ਕਰ ਸਕਦੇ। ਕ੍ਰਾਸ ਦੇ ਵਿੱਚ ਕੀ ਹੈ, ਆਹ ਚੀਜ਼ ਤੁਸੀਂ ਲਿਖਣੀ ਹੈ a ਕ੍ਰਾਸ b, ਦਿਓਗੇ b ਕ੍ਰਾਸ a, ਤਾਂ ਇਹ ਇੱਕੋ ਚੀਜ਼ ਪਰ ਨਹੀਂ ਹੈਗੀ। ਆਹ ਕੋਈ ਹੋਰ ਵੈਕਟਰ ਹੈ, ਆਹ ਕੋਈ ਹੋਰ ਵੈਕਟਰ। ਇਹਦੇ 'ਚ ਹੋ ਸਕਦਾ ਅਪ ਦੀ ਪਲੇਨ ਹੋਵੇ ਰੋਟੇਸ਼ਨ, ਜੇ ਇੱਧਰ ਅਪ ਦੀ ਪਲੇਨ ਹੈ ਡਾਊਨ ਦੀ ਪਲੇਨ। ਸਮਝ ਲਓ। ਹਾਂਜੀ ਬੇਟੇ लाग गए सर, समझ गए। ਹਾਂ Yes, sir. ਮਿਲਾ ਦਿੰਦੇ। ਇੱਕ ਵਾਸਤੇ ਇੱਕ ਅਸੀਂ ਹੋਰ ਸੌਖਾ ਜਿਹਾ ਰੂਲ ਕਰ ਸਕਦੇ ਹਾਂ ਜਿਹਨੂੰ ਆਪਾਂ ਕਹਿੰਦੇ ਆ ਰਾਈਟ ਹੈਂਡ ਪਾਮ ਰੂਲ। ਪਾਮ ਦਾ ਮਤਲਬ ਕੀ ਹੁੰਦਾ? ਹਥੇਲੀ। ਹਥੇਲੀ। ਹਥੇਲੀ ਹਥੇਲੀ। ਇਹਦਾ ਮਤਲਬ ਸਮਝਦੇ ਹੋ ਨਾ? ਤਲੀ Yes, sir. ਪੰਜਾਬੀ ਦੇ ਵਿੱਚ तली ਤਲੀ, लाग गया पता सर, लाग गया पता। ਹੱਥ ਦਾ ਜਿਹੜਾ ਤਲੀ ਹੈ। ਹੁਣ ਆਪਾਂ ਕੀ ਕਰੀਏ ਬੇਟੇ, ਰੂਲ ਕੀ ਕਹਿੰਦਾ ਹੈ ਵੀ ਜੇਕਰ ਅਸੀਂ ਆਪਦੀਆਂ ਫਿੰਗਰਸ ਆ ਜਿਹੜੀਆਂ ਤੁਹਾਡੇ ਹੱਥ ਦੀਆਂ, ਇਸ ਫਿੰਗਰ ਕਰੀਏ ਕਰਲ ਕਰੀਏ ਮਤਲਬ ਮੋੜੀਏ ਇਨ ਦੀ ਸੈਂਸ ਆਫ ਰੋਟੇਸ਼ਨ ਆਫ, ਜਿਹੜੇ ਸਾਈਡ ਤੇ ਐਂਗਲ ਆਪਣੇ ਕੋਲ ਕੀ ਹੈ ਜਾ ਰਿਹਾ, ਤਾਂ ਜਿਹੜੀ ਤਲੀ ਹੈ ਨਾ, ਪਾਮ ਹੈ ਨਾ ਜਿਹੜੀ, ਉਹ ਸਾਡੇ ਕੋਲ ਕੀ ਦੱਸੂਗੀ? ਡਾਇਰੈਕਸ਼ਨ। ਤਾਂ ਪਾਮ ਸਾਡੇ ਕੋਲ ਕੀ ਦੱਸੇਗੀ? ਡਾਇਰੈਕਸ਼ਨ। डायरेक्शन। ਇਹਨੂੰ ਅਪਲਾਈ ਕਰਨਾ ਸੌਖਾ ਹੈ। ਦੇਖੋ ਕਿਵੇਂ। ਮੰਨ ਲਓ ਆ ਤੁਹਾਡੇ ਕੋਲ ਕੋਈ ਪਲੇਨ ਹੈ, ਠੀਕ ਹੈ ਜੀ। ਇਸ ਪਲੇਨ ਦੋ ਵੈਕਟਰ ਪਏ ਹੈ। ਇੱਕ ਵੈਕਟਰ ਮੰਨ ਲਓ ਆ ਆਪਣੇ ਕੋਲ a ਵੈਕਟਰ ਹੈ, ਮੰਨ ਲਓ b ਵੈਕਟਰ, ਠੀਕ ਹੈ ਜੀ। ਆਪਣੇ ਹੁਣ ਆਪਾਂ ਆਪਦੇ ਹੱਥ ਦੀਆਂ ਫਿੰਗਰਸ ਨੂੰ ਕੀ ਕਰੀਏ, ਉਸ ਪੁਆਇੰਟ ਦੇ ਉੱਪਰ ਪਾਮ ਰੱਖ ਕੇ ਰਾਈਟ, ਠੀਕ ਹੈ ਜੀ। ਜਦੋਂ ਇਹਨੂੰ ਕਰਾਂਗੇ ਫਿੰਗਰਸ ਨੂੰ ਇਨ ਦੀ ਡਾਇਰੈਕਸ਼ਨ, ਠੀਕ ਹੈ ਜੀ। ਤਾਂ ਜਿਹੜਾ ਥੰਬ ਹੈ, ਮੈਂ ਤੁਹਾਨੂੰ ਪਹਿਲਾਂ ਮੈਨੂੰ ਲੱਗਦਾ ਪਾਮ ਕਹਿ ਕੇ, ਥੰਬ ਹੈ ਜਿਹੜਾ ਥੰਬ, ਉਹ ਆਪਣੇ ਕੋਲ ਕੀ ਦੱਸੇਗਾ? ਡਾਇਰੈਕਸ਼ਨ। ਠੀਕ ਹੈ ਜੀ। ਇੱਥੇ ਹੱਥ ਰੱਖੋ, ਫਿੰਗਰਸ ਨੂੰ ਕਰਲ ਕਰੋ ਇਸ ਤਰ੍ਹਾਂ ਨਾਲ, ਤਾਂ ਤੁਹਾਡਾ ਥੰਬ ਕੀ ਹੋਏਗਾ ਬੇਟੇ? ਉੱਪਰ ਨੂੰ ਹੀ ਹੋਏਗਾ। ਹਾਂਜੀ ਸਰ। ਕਲੀਅਰ ਹੋਇਆ ਕਿ ਨਹੀਂ ਹੋਇਆ? ਥੰਬ ਕੀ ਹੋਏਗਾ? ਅਪਵਰਡ ਡਾਇਰੈਕਸ਼ਨ ਚ ਹੋਏਗਾ। ਆ ਦੇਖੋ ਇੱਥੇ ਬਣਿਆ ਹੋਇਆ ਡਾਇਗਰਾਮ ਬਣਾਉਣ ਦੀ ਕੋਸ਼ਿਸ਼ ਕੀਤੀ ਹੋਈ ਹੈ। ਜਿਹੜੀ ਸੈਂਸ ਆਫ ਰੋਟੇਸ਼ਨ ਹੈ ਉਹਦੇ ਅਕੋਰਡਿੰਗਲੀ ਜੇਕਰ ਅਸੀਂ ਕਰਲਿੰਗ ਆਫ, ਜੀ ਮੰਨ ਲਓ ਇਸ ਤਰ੍ਹਾਂ ਆ ਰੋਟੇਸ਼ਨ ਹੈ, ਠੀਕ ਹੈ ਜੀ। ਇਸ ਦੇ ਅਕੋਰਡਿੰਗਲੀ ਅਸੀਂ ਕਰਲਿੰਗ ਆਫ ਫਿੰਗਰਸ ਕੀਤੀ ਹੈ, ਤਾਂ ਥੰਬ ਕੀ ਹੈ? ਪੁਆਇੰਟ ਦੀ ਅਪਵਰਡ ਡਾਇਰੈਕਸ਼ਨ। अपवर्ड ਠੀਕ ਹੈ। डायरेक्शन जाएगा सर। ਹੁਣ ਤੁਹਾਨੂੰ ਦੇਸੀ ਤਰੀਕਾ ਸਿੱਧਾ ਹੀ ਯਾਦ ਰੱਖੋ ਵੀ ਜਦੋਂ ਐਂਟੀ ਕਲੌਕਵਾਈਜ਼ ਰੋਟੇਸ਼ਨ ਹੋਊਗੀ ਤਾਂ ਡਾਇਰੈਕਸ਼ਨ ਕੀ ਹੋਊਗੀ? Upward. ਦੀ ਪਲੇਨ, ਜੇ ਨਾਰਮਲ ਟੂ ਦੀ ਪਲੇਨ ਇਨ ਦੀ ਅਪਵਰਡ ਡਾਇਰੈਕਸ਼ਨ। Yes, sir. Yes, sir. ਕਿਉਂਕਿ ਜਿਹੜੀ ਅਪਵਰਡ ਡਾਇਰੈਕਸ਼ਨ ਆ ਉਹਨੂੰ ਅਸੀਂ ਲੈ ਕੇ, ਇਸ ਲਈ ਤੁਸੀਂ ਦੇਖੋਗੇ ਫਿਜ਼ਿਕਸ ਦੇ ਵਿੱਚ 99% ਜਿਹੜੀਆਂ ਰੋਟੇਸ਼ਨਸ ਆ ਜਿਹੜੀਆਂ ਅਸੀਂ ਆਪਦੇ ਕੋਲੋਂ ਲਈਆਂ, ਉਹ ਅਸੀਂ ਕਿਵੇਂ ਲਵਾਂਗੇ? ਐਂਟੀ ਕਲੌਕ। Anti clockwise. ਕਿਵੇਂ ਲਵਾਂਗੇ? ਐਂਟੀ ਕਲੌਕ। Anti clockwise. clockwise। ਸਿੱਧਾ ਯਾਦ ਰੱਖੋ ਬਸ। ਹਾਂ, ਫਿੰਗਰ ਫੁੰਗਰ ਪਾਉਣ ਦੀ ਲੋੜ ਹੀ ਨਹੀਂ, ਉਹ ਚਲੋ ਬੁਕਿਸ਼ ਹੈ ਆਪਣੇ ਕੋਲ, ਠੀਕ ਹੈ। ਜੇਕਰ ਐਂਟੀ ਕਲੌਕਵਾਈਜ਼ ਰੋਟੇਸ਼ਨ ਹੈ ਤਾਂ ਕੀ ਹੋਊਗੀ? ਨਾਰਮਲ ਟੂ ਦੀ, ਜੇ ਕਲੌਕਵਾਈਜ਼ ਹੋਊਗੀ ਤਾਂ ਨਾਰਮਲ ਟੂ ਦੀ ਪਲੇਨ ਇਨ ਦੀ ਡਾਊਨਵਰਡ ਡਾਇਰੈਕਸ਼ਨ। ਇਹਨੂੰ ਆਪਾਂ ਕੀ ਲਵਾਂਗੇ? ਪੋਜ਼ਿਟਿਵ, ਤੇ ਇਹਨੂੰ ਆਪਾਂ ਕੀ ਲਵਾਂਗੇ? ਨੈਗੇਟਿਵ। नेगेटिव। Negative. एक्टिव। ਕਲੀਅਰ? ਕਲੀਅਰ ਹੋ ਗਿਆ ਕਿ ਨਹੀਂ ਹੋ ਗਿਆ ਬੇਟੇ? हो गया हाँ sir. जी सर। यस सर। Yes, sir. ਬੇਟੇ ਮਾਰੀ ਆਵਾਜ਼ ਟੁੱਟ ਟੁੱਟ ਕੇ ਆ ਰਹੀ ਹੈ, ਤੇ ਕੱਲ ਆਪਾਂ ਇਹਨੂੰ ਦੁਬਾਰਾ ਰਿਪੀਟ ਵੀ ਕਰਾਂਗੇ, ਠੀਕ ਹੈ। Okay sir. ठीक है ओके सर। सर। ਹਾਂ, ਮੈਂ ਨੈਟ ਦਾ ਨਾ ਅੱਜ ਕਨੈਕਸ਼ਨ ਬ੍ਰੌਡਬੈਂਡ ਦਾ ਚੇਂਜ ਕਰਾਉਣਾ, ਨੈਟਵਰਕ ਕਰਕੇ ਪ੍ਰੋਬਲਮ ਆ। ਚਲੋ ਠੀਕ ਹੈ ओके सर। Okay.